हेलो दोस्तों, ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਆਪਣੇ ਟੌਪਿਕ ਵਰਗ ਅਤੇ ਵਰਗਮੂਲ ਬਾਰੇ ਗੱਲ ਕਰਨ ਜਾ ਰਹੇ ਹਾਂ। ਵਰਗ ਬਾਰੇ ਤੁਸੀਂ ਪਿਛਲੀਆਂ ਕਲਾਸਾਂ ਵਿੱਚ ਸੁਣਿਆ ਹੋਇਆ ਹੈ ਕਿ ਧਿਆਨ 'ਚ ਹੈ ਆਪਾਂ ਕਿੱਥੇ ਕਿੱਥੇ ਸੁਣਿਆ। ਆਪਾਂ ਦੋ ਥਾਵਾਂ ਤੇ ਸੁਣਿਆ ਹੋਇਆ ਹੈ, ਇੱਕ ਜਿਓਮੈਟਰੀ ਦੇ ਵਿੱਚ ਵਰਗ ਇੱਕ ਚਤੁਰਭੁਜ ਹੈ ਜਿਸ ਦੀਆਂ ਚਾਰੇ ਭੁਜਾਵਾਂ ਬਰਾਬਰ ਨੇ ਅਤੇ ਚਾਰੋਂ ਕੋਣ ਕੀ ਨੇ 90 ਡਿਗਰੀ। ਇੱਕ ਤਾਂ ਆਪਾਂ ਇਹਦੇ ਬਾਰੇ ਸੁਣਿਆ, ਦੂਸਰਾ ਆਪਾਂ ਘਾਤ ਅੰਕ ਦੇ ਰੂਪ 'ਚ ਸੁਣਿਆ 5 ਦਾ ਵਰਗ। ਤਾਂ ਆਪਾਂ ਕੀ ਕਰਦੇ ਸੀ, 5 ਦੀ ਘਾਤ 2 ਮਤਲਬ 2 ਬਾਰ ਗੁਣਾ, ਆਪਾਂ ਦੋਹਾਂ 'ਚ ਸੁਣਿਆ। ਹੁਣ ਕੁਐਸਚਨ ਇਹ ਉੱਠਦਾ ਹੈ ਕਿ ਇਹਨਾਂ ਦੋਹਾਂ ਦੇ ਵਿੱਚ ਕੋਈ ਸੰਬੰਧ ਹੈ, ਘਾਤ ਵਾਲੇ ਦੇ ਵਿੱਚ ਅਤੇ ਇਸ ਜਿਓਮੈਟਰੀ ਵਾਲੇ ਦੇ ਵਿੱਚ ਕੀ ਕੋਈ ਸੰਬੰਧ ਹੈ। ਸਭ ਤੋਂ ਪਹਿਲੀ ਗੱਲ ਦੇਖਦੇ ਹਾਂ, ਆਪਾਂ ਨੂੰ ਪਤਾ ਹੈ ਆ ਭੁਜਾ ਜਾਂ ਸਾਈਡ ਬੋਲਦੇ ਹਾਂ ਆਪਾਂ ਇਸ ਨੂੰ, ਤੇ ਜੋ ਵਰਗ ਦਾ ਖੇਤਰਫਲ ਹੁੰਦਾ ਹੈ ਉਹ ਹੁੰਦਾ ਭੁਜਾ ਗੁਣਾ ਭੁਜਾ। ਠੀਕ, ਇੱਥੇ ਜੇ ਮੈਂ ਇਹਦੀ ਗੱਲ ਕਹਾਂ ਤਾਂ ਜੋ ਆਪਾਂ 5 ਦੇ ਵਰਗ ਦੀ ਅਗਰ ਗੱਲ ਕਰੀਏ, ਕਿਸੇ ਵੀ ਸੰਖਿਆ ਦੇ ਵਰਗ 5 6 7 8 9 10 ਕੋਈ ਵੀ ਹੋ ਸਕਦਾ, ਤਾਂ ਉਹ ਹੋ ਗਿਆ 5 ਗੁਣਾ 5। ਤੇ ਜੇ ਕੰਪੈਰੀਜ਼ਨ ਕੀਤਾ ਜਾਵੇ, ਧਿਆਨ ਨਾਲ ਦੇਖਿਆ ਜਾਵੇ, ਭੁਜਾ ਗੁਣਾ ਭੁਜਾ, ਸੰਖਿਆ ਗੁਣਾ ਸੰਖਿਆ, ਇੱਕੋ ਗੱਲ ਆ ਗਈ। ਤਾਂ ਫਿਰ ਅਸਲ ਦੇ ਵਿੱਚ ਜਿਹੜੀ ਵਰਗ ਸੰਖਿਆ ਹੈ, ਜਦੋਂ ਵੀ ਆਪਾਂ ਕਿਸੇ ਸੰਖਿਆ ਦੇ ਵਰਗ ਦੀ ਗੱਲ ਕਰਦੇ ਹਾਂ ਜਿਹਨੂੰ ਆਪਾਂ ਬੋਲਦੇ ਹਾਂ ਵਰਗ ਸੰਖਿਆ, ਅਗਰ ਆਪਣੇ ਕੋਲੇ ਵਰਗ ਸੰਖਿਆ ਹੈ ਤਾਂ ਅਸਲ ਦੇ ਵਿੱਚ ਕੀ ਹੁੰਦੀ ਹੈ, ਜਿਓਮੈਟਰੀ ਦੇ ਰੂਪ 'ਚ, ਜਿਓਮੈਟਰੀ ਦੇ ਵਿੱਚ ਉਹ ਵਰਗ ਦਾ ਖੇਤਰਫਲ ਹੁੰਦੀ ਹੈ। ਕਿਉਂਕਿ ਅਗਰ ਮੈਂ ਕਹਾਂ ਇੱਥੇ ਭੁਜਾ 5 ਹੈ ਤਾਂ ਵਰਗ ਦਾ ਫਿਰ ਖੇਤਰਫਲ ਕੀ ਹੋਊਗਾ, 5 ਗੁਣਾ 5 25, ਜੋ ਵੀ ਇਕਾਈ ਹੈ ਸੈਂਟੀਮੀਟਰ ਜਾਂ ਵਰਗ ਸੈਂਟੀਮੀਟਰ, ਵਰਗ ਮੀਟਰ ਜਾਂ ਵਰਗ ਮਿਲੀਮੀਟਰ। ਤਾਂ ਦੇਖੋ 5 ਦਾ ਵਰਗ 25, ਵਰਗ ਦਾ ਖੇਤਰਫਲ ਕੀ ਹੋ ਗਿਆ 25 ਹੋ ਗਿਆ। ਤਾਂ ਫਿਰ ਅਸਲ ਦੇ ਵਿੱਚ ਕੀ ਹੋ ਗਿਆ, ਜਿਹੜੀ ਵਰਗ ਸੰਖਿਆ ਹੋਗੀ ਉਹ ਕੀ ਹੋਗੀ, ਵਰਗ ਦਾ ਖੇਤਰਫਲ ਹੋਗੀ। ਤਾਂ ਇਹਨਾਂ ਦੋਹਾਂ ਦੇ ਵਿੱਚ ਆ ਰਿਲੇਸ਼ਨ ਹੈ ਜਿਸ ਤੇ ਆਪਾਂ ਹੁਣ ਡਿਟੇਲ ਦੇ ਵਿੱਚ ਗੱਲ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕੁਝ ਇਹਦੇ ਗੁਣਾ ਤੇ ਗੱਲ ਕਰਦੇ ਹਾਂ। ਜੋ ਮੇਨ ਗੱਲ ਹੈ, ਵਰਗ ਸੰਖਿਆਵਾਂ ਦੇ ਗੁਣ, properties of square numbers, property of square numbers ਆਪਾਂ ਇਸ ਤੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਕੁਝ ਉਦਾਹਰਨਾਂ ਲੈ ਕੇ ਚੱਲਦੇ ਹਾਂ। ਸੰਖਿਆ, ਸੰਖਿਆ ਦਾ ਵਰਗ। ਇੱਕ ਸੰਖਿਆ, ਇੱਕ ਦਾ ਵਰਗ, ਇੱਕ ਦੀ ਘਾਤ 2, 1 ਗੁਣਾ 1 1 ਏਕਮ 1, 2 2 ਦੀ ਘਾਤ 2 2 ਗੁਣਾ 2 4, 3 3 ਦੀ ਘਾਤ 2 3 9, 4 4 ਦੀ ਘਾਤ 2 ਚੌਕਮ ਚੌਕੀ 16, 5 5 ਦੀ ਘਾਤ 2 5 5 25, 6 6 ਦੀ ਘਾਤ 2 6 ਕਮ 6 ਕੇ 36, 7 7 ਦੀ ਘਾਤ 2 7 7 49, 8 8 ਦੀ ਘਾਤ 2 8 8 64, ਸੰਖਿਆ 9 9 ਦੀ ਘਾਤ 2 9 9 81, ਸੰਖਿਆ 10 10 ਦੀ ਘਾਤ 2 10 ਗੁਣਾ 10 100। ਮੈਂ ਇੱਥੇ ਪਹਿਲੀਆਂ 10 ਸੰਖਿਆਵਾਂ ਦੀ ਗੱਲ ਕੀਤੀ ਹੈ ਕਿਉਂਕਿ ਇੱਥੇ ਜਿਹੜੀ ਆਪਾਂ ਗੱਲ ਕਰਨੀ ਹੈ, ਮੈਂ ਇੱਥੇ ਗੱਲ ਕਰ ਰਿਹਾ ਆਪਾਂ ਇਕਾਈ ਦੇ ਅੰਕ ਦੀ ਗੱਲ ਕਰ ਰਹੇ ਹਾਂ, ਸਿਰਫ ਇਕਾਈ ਦਾ, ਇਹਨਾਂ ਦੀ ਵਰਗ ਸੰਖਿਆਵਾਂ ਦੇ ਇਕਾਈ ਦੇ ਅੰਕ ਦੀ।
ਤੇ ਜਦੋਂ ਆਪਾਂ 11 12 ਦੀ ਗੱਲ ਕਰਾਂਗੇ ਪਿੱਛੇ ਤਾਂ ਆਹੀ ਅੰਕ ਰਹਿਣੇ ਨੇ ਨਾ, ਇਕਾਈ ਦੇ ਅੰਕ ਤਾਂ ਇਹੀ ਰਹਿਣੇ ਨੇ। ਤਾਂ ਜਿਹੜੇ ਅੰਕ ਰਹਿਣਗੇ ਉਹ ਕਿਹੜੇ ਰਹਿਣਗੇ, ਆਹ ਰਹਿਣਗੇ। ਤੇ ਕਿਹੜੇ ਕਿਹੜੇ ਨੇ ਇਕਾਈ ਦੇ ਅੰਕ ਉਹ ਦੇਖੋ, ਵਰਗ ਸੰਖਿਆਵਾਂ ਦੇ ਇਕਾਈ ਅੰਕ ਚੈੱਕ ਕਰਦੇ ਹਾਂ। 1 4 9 6 5 6 ਆਲਰੇਡੀ ਆ ਚੁੱਕਿਆ, 9 ਆਲਰੇਡੀ ਆ ਚੁੱਕਿਆ, 4 ਆਲਰੇਡੀ ਆ ਚੁੱਕਿਆ, 1 ਆਲਰੇਡੀ ਆ ਚੁੱਕਿਆ, 0। ਅਗਰ ਇਹਨੂੰ ਆਪਾਂ ਆਰਡਰ 'ਚ ਲਿਖੀਏ 0 1 4 5 6 9 ਤਾਂ ਇਹਦਾ ਮਤਲਬ ਅਗਰ ਕਿਸੇ ਸੰਖਿਆ ਦੇ ਇਕਾਈ ਦੇ ਅੰਕ ਦੇ ਵਿੱਚ ਆ 6 ਅੰਕ ਆ ਗਏ 0 1 4 5 6 ਜਾਂ 9 ਤਾਂ ਉਹ ਸੰਖਿਆ ਵਰਗ ਸੰਖਿਆ ਹੋ ਸਕਦੀ ਹੈ ਤੇ ਜਿਸ ਦੇ ਪਿੱਛੇ ਇਸ ਤੋਂ ਬਿਨਾ ਅੰਕ ਆ ਗਏ। ਕਿਹੜੇ ਕਿਹੜੇ ਨੇ ਇਹਦੇ ਉਸ ਤੋਂ ਬਿਨਾ, ਜੇ ਕਿਸੇ ਸੰਖਿਆ ਦੇ ਇਕਾਈ ਅੰਕ ਇਸ ਤੋਂ ਬਿਨਾ ਕਿਹੜੇ ਕਿਹੜੇ ਰਹਿ ਗਏ ਦੇਖੋ, 2 3 7 8 2 3 7 ਜਾਂ 8 ਹੋਵੇ ਤਾਂ ਉਹ ਸੰਖਿਆ ਵਰਗ ਸੰਖਿਆ ਨਹੀਂ ਹੁੰਦੀ। ਕਿਉਂਕਿ ਦੇਖੋ ਅਗਰ ਆ 6 ਅੰਕਾਂ ਤਾਂ ਆਪਾਂ ਚੈੱਕ ਕਰ ਸਕਦੇ ਹਾਂ ਕਿ ਵਰਗ ਸੰਖਿਆ ਹੈ ਜਾਂ ਨਹੀਂ, ਉਹਨਾਂ 'ਚ ਹੋ ਵੀ ਸਕਦੀ ਹੈ ਨਹੀਂ ਵੀ, ਪਰ ਇੱਕ ਚੀਜ਼ ਸ਼ਿਓਰ ਹੋ ਗਈ ਕਿਉਂਕਿ ਜਦੋਂ ਆਪਾਂ ਗੁਣ ਦੀ ਗੱਲ ਕਰਦੇ ਹਾਂ ਆਪਾਂ ਸ਼ਿਓਰਟੀ ਚੀਜ਼ਾਂ ਦੀ ਗੱਲ ਲਿਖਣੀ ਹੈ ਵੀ ਇੱਕ ਚੀਜ਼ ਸ਼ਿਓਰ ਹੋ ਗਈ, ਅਗਰ ਅੰਕ ਇਕਾਈ ਦਾ ਅੰਕ 2 3 7 ਜਾਂ 8 ਆ ਗਿਆ ਤਾਂ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਜਿਹੜੀ ਸੰਖਿਆ ਹੈ ਉਹ ਵਰਗ ਸੰਖਿਆ ਨਹੀਂ ਹੁੰਦੀ। ਇਹ ਹੋ ਗਿਆ ਆਪਣਾ ਪਹਿਲਾ ਗੁਣ। ਹੁਣ ਆਪਾਂ ਦੂਸਰੇ ਗੁਣ ਦੀ ਗੱਲ ਕਰਦੇ ਹਾਂ। ਜੋ ਨੈਕਸਟ ਗੁਣ ਕੀ ਕਹਿੰਦਾ ਹੈ, ਕਿਸੇ ਵੀ ਜਿਸਤ ਸੰਖਿਆ ਦਾ ਵਰਗ ਜਿਸਤ ਸੰਖਿਆ ਹੁੰਦਾ ਹੈ। ਇਹ ਆਪਣੇ ਕੋਲੇ ਨੈਕਸਟ ਗੁਣ ਆ ਗਿਆ, ਦੂਸਰਾ ਗੁਣ ਆ ਗਿਆ। ਹੁਣ ਜਿਸਤ ਸੰਖਿਆਵਾਂ ਕਿਹੜੀਆਂ ਹੁੰਦੀਆਂ, ਜੋਟੇ ਵਾਲੀਆਂ। ਉਦਾਹਰਨ 2 4 6 8 10 12 14 ਜਦੋਂ ਆਪਾਂ ਇਹਨਾਂ ਦਾ ਵਰਗ ਕੀਤਾ, 2 ਦਾ ਵਰਗ 2 ਗੁਣਾ 2 4, 4 ਦਾ ਵਰਗ ਚੌਕਮ ਚੌਕੀ 16, 6 ਦਾ ਵਰਗ 6 ਕਮ 6 ਕੀ 36, 8 ਦਾ ਵਰਗ 8 8 64, 10 ਦਾ ਵਰਗ 10 10 100। ਤਾਂ ਜਿਸਤ ਸੰਖਿਆ ਦਾ ਜਦੋਂ ਵਰਗ ਕੀਤਾ, ਧਿਆਨ ਨਾਲ ਦੇਖੀਏ, ਇਹ ਵੀ ਆਪਣੇ ਕੋਲ ਕੀ ਬਣ ਗਿਆ, ਜਿਸਤ ਸੰਖਿਆ ਬਣ ਗਿਆ। ਤਾਂ ਫਿਰ ਕੀ ਬਣ ਗਿਆ ਦੂਸਰੀ ਪ੍ਰੋਪਰਟੀ ਕਿ ਜਿਸਤ ਸੰਖਿਆ ਦਾ ਜਿਹੜਾ ਵਰਗ ਹੈ ਉਹ ਵੀ ਕੀ ਹੁੰਦਾ ਹੈ, ਜਿਸਤ ਸੰਖਿਆ। ਤਾਂ ਇਸੇ ਦੀ ਲਗਾਤਾਰਤਾ 'ਚ ਤੀਸਰੀ ਪ੍ਰੋਪਰਟੀ ਕੀ ਬਣ ਗਈ, ਤੀਸਰਾ ਗੁਣ ਕੀ ਬਣ ਗਿਆ, ਕਿਸੇ ਵੀ ਟਾਂਕ ਸੰਖਿਆ ਦਾ ਜੋ ਵਰਗ ਹੈ ਉਹ ਵੀ ਟਾਂਕ ਸੰਖਿਆ ਹੁੰਦਾ ਹੈ। ਤਾਂ ਜਦੋਂ ਹੁਣ ਆਪਾਂ ਕਲੀ ਵਾਲੀਆਂ ਸੰਖਿਆਵਾਂ ਟਾਂਕ ਸੰਖਿਆਵਾਂ ਦੀ ਗੱਲ ਕਰੀਏ, ਕਿਹੜੀਆਂ ਕਿਹੜੀਆਂ ਨੇ ਆਪਣੇ ਕੋਲੇ, 1 3 5 7 9 11 13 15 17 19। ਤੇ ਜਦੋਂ ਆਪਾਂ ਇਹਨਾਂ ਦਾ ਵਰਗ ਕਰਾਂਗੇ, 1 ਦਾ 1 ਏਕਮ 1, 3 ਦਾ 3 3 9, 5 ਦਾ 5 5 25, 7 ਦਾ 7 7 49, 9 ਦਾ 9 9 81। ਤਾਂ ਟਾਂਕ ਸੰਖਿਆਵਾਂ ਦਾ ਇੱਧਰ ਦੇਖੋ ਧਿਆਨ ਨਾਲ, ਵਰਗ ਵੀ ਕੀ ਹੈ, ਇਹ ਵੀ ਸਾਰੀਆਂ ਕਿਹੜੀਆਂ ਸੰਖਿਆਵਾਂ ਹੋ ਗਈਆਂ, ਟਾਂਕ ਸੰਖਿਆਵਾਂ ਹੋ ਗਈਆਂ। ਤਾਂ ਇਹ ਹੋ ਗਿਆ ਆਪਣੀ ਕੋਲੇ ਤੀਸਰੀ ਪ੍ਰੋਪਰਟੀ, ਕਿਹੜੀ ਹੋ ਗਈ ਕਿ ਟਾਂਕ ਸੰਖਿਆ ਦਾ ਜੋ ਵਰਗ ਹੈ ਉਹ ਕੀ ਹੁੰਦਾ ਆਪਣੇ ਕੋਲੇ, ਟਾਂਕ ਸੰਖਿਆ ਹੀ ਹੁੰਦਾ ਹੈ। ਨੈਕਸਟ ਚੌਥੇ ਗੁਣ ਤੇ ਆਪਾਂ ਗੱਲ ਕਰਦੇ ਹਾਂ। ਚੌਥਾ ਗੁਣ ਕੀ ਕਹਿੰਦਾ ਹੈ, ਜੋ ਇੰਪੋਰਟੈਂਟ ਚੀਜ਼ ਹੈ, ਉਹਨੂੰ ਲਿਖਣ ਤੋਂ ਪਹਿਲਾਂ ਮੈਂ ਇੱਕ ਉਦਾਹਰਨ ਲੈ ਕੇ ਚੱਲ ਰਿਹਾ। ਅਗਰ ਆਪਾਂ ਚੌਥੇ ਗੁਣ ਨੂੰ ਡਿਸਕਸ ਕਰਨਾ ਹੈ ਤਾਂ ਉੱਥੇ ਪਹਿਲਾਂ ਆਪਾਂ ਉਦਾਹਰਨ ਲੈ ਕੇ ਚੱਲਦੇ ਹਾਂ। ਉਦਾਹਰਨ ਕੀ ਹੈ, 3 ਦਾ ਵਰਗ 3 3 9, 4 ਦਾ ਵਰਗ
चौकम चौकी 16, मतलब 2 लगातार संख्यावां दे वर्ग। फिलहाल आप ਉਹਦੀ ਗੱਲ कर रहे हैं, एक तो मैं ये ले लिया, अगली उदाहरण कोई भी होर ले रहे हैं, 5 ले ली, 5 5 25, 6 ਛਿਕਮ ਛਿਕੀ 36। ठीक, इन्हां दे विचकार 2 लगातार संख्यावां दे वर्गां दे विचकार संख्यावां दी गिनती। अपनी ये प्रॉपर्टी इहदे नाल संबंधित है कि जदों 2 लगातार संख्यावां दा वर्ग किता, कोई भी 2 लै लो, 5 6 12 13 18 19 30 31, तो उन्हां दे विचकार किन्नियां संख्यावां होणगियां। आपां पहला एक छोटी उदाहरण देखो, आ लई है मैं, ये चैक करते हैं। 3 का वर्ग 9, 4 का वर्ग 16, ते 9 ते 16 विचकार किहड़ियां संख्यावां ने? 10 11 12 13 14 15, यही ने ना विचकार। तो कुल किन्नियां संख्यावां हो गईयां? गिन के देखो, कुल 6 संख्यावां हो गई अपने को। तो 3 और 4 के वर्ग के विचकार 6 संख्यावां ने। इधर देखते हैं 25 अते, क्योंकि 5 का वर्ग 25, 6 का वर्ग 36। पहला संख्यावां देखते हैं किहड़ियां किहड़ियां। हुण 25 और 36 विचकार 26 27 28 29 30 31 32 33 34 और 35। तो कितनी गिनती होगी? 1 2 3 4 5 6 7 8 9 10। तो यदा मतलब 5 और 6 के वर्ग के विचकार अपने को कितनियां संख्यावां ने? 10। हुण सवाल ये उठता है, क्योंकि इत्थे तो मैं आप छोटे छोटिया उदाहरण लिया, 3 ते 4 लईयां ने, बड़ी आसानी के नाल आपां वर्ग कढ के संख्यावां नूं गिन लिया। परंतु अगर आप वड्डियां संख्यावां लईयां, या पेपर दे विच कोई किसी ने पूछ लिया 18 अते 19 दे वर्गां विचकार संख्यावां, तां की इहनूं आपां हल करांगे? कि आपां इन्हां नूं इसे तरीके नाल हल करांगे? आपां चैक करते हैं कि जे आपां नूं आए हल करना पै गया तां की करना पऊगा। देखो 18 का वर्ग 324, 19 का वर्ग 361। या तो तुसी की करोगे, जिवें आपां इदों पहलां करके हटे हां, कल्ली कल्ली संख्या लिखोगे, 325 326 327। एक तरीका तुसी की कर सकते हो, तुहाडे विचों कुछ की सोचेंगे भी आपां इहनूं घटा लईए। लेकिन अगर घटाने हो ना तो एक गिनी जाती है, यह गल याद रखियो, इत्थे गलती के चांस आएंगे। क्योंकि अगर तुसी संख्यावां गिनोगे, आप गिनते हैं, देखो 325 326 327 28 29 30 31 32 360 तक। तो तुसी जो गिन के देखोगे ना, तुहाडे कोले यह 36 संख्यावां बननगियां। तुसी गिन के चैक करके देखो अपनी कापियां ते कि मेरी गल सही है कि गलत है। ये तुहाडे कोले 36 संख्यावां बननगियां। परंतु इत्थे तो 37 आ गया, तो की करना है? ये क्योंकि जो आप घटाने ना, तो एक नूं जोड़, 324 या 360 एक जुड़ जाती है, तो ये एक अपने कन्यों होर घटा दो। असल चांसर यह है, ये भी हो गया। लेकिन अगर क्वेश्चन आ गया 52 की 2 और 53 की 2, फिर कि पहला आप इन्हां दा वर्ग कड्डांगे, उस बाद कड्डांगे। तो दोस्तों इत्थे एक बहुत वधिया तरीका है। तरीका की है, हुण वो दसदा मैं। तुसीं की करना है, देखो हुण मैं उदाहरण लिख रहा, तरीका दस रहा, क्योंकि ये बहुत लंबे तरीके ने मैं पैरल लिखे। आपां की कीता, 3 की 2 और 4 की 2 विचकार किन्नियां संख्यावां सी? 6। यही सी ना।
5 ਦੀ 2 ਅਤੇ 6 ਦੀ 2 ਵਿਚਕਾਰ ਕਿੰਨੀਆਂ ਸੰਖਿਆਵਾਂ ਸੀ? 10। ਮੈਂ ਉਦਾਹਰਨ 18 ਤੇ 19 ਲਿਆ ਸੀ। ਇਸ ਕਿੰਨੀਆਂ ਲਿਖਿਆ ਸੀ ਮੈਂ? 36। ਕੀ ਕੋਈ ਤੁਹਾਨੂੰ ਰਿਲੇਸ਼ਨ ਮਿਲ ਰਿਹਾ ਇੱਥੇ? ਦੇਖੋ ਇਹਨਾਂ ਦਾ ਕੀ ਰਿਲੇਸ਼ਨ ਹੈ? ਤਾਂ ਆਪਾਂ ਸਿੱਧਾ ਲਿਖ ਸਕਦੇ ਹਾਂ, ਜਦੋਂ ਦੋ ਲਗਾਤਾਰ ਸੰਖਿਆਵਾਂ ਦੇ ਵਰਗਾਂ ਦੇ ਵਿਚਕਾਰ ਸੰਖਿਆਵਾਂ ਦੀ ਗਿਣਤੀ ਪਤਾ ਕਰਨੀ ਹੋਵੇ ਤਾਂ ਛੋਟੀ ਸੰਖਿਆ ਨੂੰ 2 ਨਾਲ ਗੁਣਾ ਕਰ ਦੋ। ਦੇਖੋ ਫਿਰ ਹੁਣ ਇਹਨਾਂ ਦੋਹਾਂ ਦਾ ਵਰਗ, ਛੋਟੀ ਸੰਖਿਆ 3, 3 ਦੂਣਾ 6, ਛੋਟੀ ਸੰਖਿਆ 5, 5 ਦੂਣਾ 10, ਛੋਟੀ ਸੰਖਿਆ 18, 18 ਦੂਣਾ 36। ਤਾਂ ਜਿਹੜਾ ਕੁਐਸਚਨ ਮੈਂ ਲਿਖਿਆ ਸੀ 52 ਦੀ 2 ਅਤੇ 53 ਦੀ 2 ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੋਣਗੀਆਂ? ਫਿਰ ਛੋਟੀ ਸੰਖਿਆ ਦੀ 2 ਦੇ ਨਾਲ ਗੁਣਾ। ਤਾਂ ਨਾ ਤਾਂ ਆਪਾਂ ਨੂੰ ਉਰੇ ਵਰਗ ਕੱਢਣ ਦੀ ਲੋੜ ਹੈ, ਨਾ ਆਪਾਂ ਨੂੰ ਉਰੇ ਸੰਖਿਆਵਾਂ ਗਿਣਨ ਦੀ ਲੋੜ ਹੈ, ਨਾ ਆਪਾਂ ਨੂੰ ਉਰੇ ਘਟਾਉਣ ਦੀ ਲੋੜ ਹੈ। ਆਪਾਂ ਕੀ ਕਰਾਂਗੇ? ਸਿੱਧਾ ਆਪਾਂ ਫਾਰਮੂਲਾ ਲਿਖ ਦਾਂਗੇ। ਤਾਂ ਫਿਰ ਇਹ ਕੀ ਕੁਐਸਚਨ ਬਣ ਗਿਆ? ਇਹ ਗੁਣ ਕੀ ਬਣ ਗਿਆ? ਇਹ ਪ੍ਰੋਪਰਟੀ ਕੀ ਬਣ ਗਈ? ਦੋ ਲਗਾਤਾਰ ਸੰਖਿਆਵਾਂ ਦੇ ਵਰਗਾਂ ਦੇ ਵਿਚਕਾਰ ਜਿਹੜੀ ਸੰਖਿਆਵਾਂ ਦੀ ਗਿਣਤੀ ਹੁੰਦੀ ਹੈ ਉਹ ਛੋਟੀ ਸੰਖਿਆ ਦੀ 2 ਨਾਲ ਜਦੋਂ ਗੁਣਾ ਕਰ ਦਿੰਦੇ ਆ ਇਹ ਉਹ ਗਿਣਤੀ ਹੁੰਦੀ ਹੈ। ਹੁਣ ਆਪਾਂ ਅੱਗੇ ਦੇਖੋ, ਆਪਾਂ ਵਰਗ ਲਿਖੇ ਸੀ 1 ਦਾ ਵਰਗ 1 ਗੁਣਾ 1 1, 2 ਦਾ ਵਰਗ 2 ਦੂਣੀ 4, 3 ਦਾ ਵਰਗ 9, 4 ਦਾ ਵਰਗ 16, 5 ਦਾ ਵਰਗ 25। ਉਲਟਾ 6 ਦਾ ਵਰਗ 36, ਮੈਂ ਥੋੜਾ ਉਲਟਾ ਲਿਖ ਰਿਹਾ ਇਸ ਨੂੰ, 7 ਦਾ ਵਰਗ 49, 8 ਦਾ ਵਰਗ 64, 9 ਦਾ ਵਰਗ 81। ਇਹਨੂੰ ਮੈਂ ਉਲਟਾ ਕਿਉਂ ਲਿਖਿਆ? ਦੇਖੋ ਧਿਆਨ ਨਾਲ ਚੈੱਕ ਕਰਕੇ ਦੇਖਦੇ ਹਾਂ ਆਪਾਂ। ਇਕਾਈ ਦਾ ਅੰਕ ਦੇਖੋ 1 1, 4 4, 9 9, 6 6। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ? ਸੰਖਿਆ ਦੇ ਇਕਾਈ ਅੰਕ, ਉਸ ਤੋਂ ਬਾਅਦ ਵਰਗ ਸੰਖਿਆ ਦਾ ਇਕਾਈ ਅੰਕ। ਅਗਰ ਸੰਖਿਆ ਦਾ ਇਕਾਈ ਅੰਕ 1 ਜਾਂ 9 ਹੈ ਤਾਂ ਉਹਨਾਂ ਦਾ ਵਰਗ ਸੰਖਿਆ ਦਾ ਅੰਕ ਕੀ ਹੋਊਗਾ? 1। 1 ਏਕਮ 1, 9 9 81। ਅਗਰ 2 ਜਾਂ 8 ਹੈ, 2 ਦੂਣੀ 4, 8 8 64, ਉਹਨਾਂ ਦੇ ਇਕਾਈ ਦਾ ਅੰਕ ਕੀ ਹੋਣਾ ਵਰਗ ਦਾ? 4। ਅਗਰ 3 ਜਾਂ 7 ਹੈ ਤਾਂ ਕਿੰਨਾ? ਦੇਖੋ ਧਿਆਨ ਨਾਲ 9। ਅਗਰ 4 ਜਾਂ 6 ਹੈ ਤਾਂ ਕਿੰਨਾ ਪਿੱਛੇ? 6। 5 ਕੱਲਾ ਰਹਿ ਗਿਆ ਜਾਂ 10 ਕੱਲਾ ਰਹਿ ਗਿਆ। ਤਾਂ ਇੱਥੇ ਖਾਸੀਅਤ ਦੇਖੋ, ਇੱਕ ਹੋਰ ਚੀਜ਼ ਅਗਰ ਯਾਦ ਰੱਖਣੀ ਹੋਵੇ, ਇਹਨਾਂ ਦੋਹਾਂ ਦਾ ਜੋੜ ਦੇਖੋ ਕਿੰਨਾ ਬਣ ਰਿਹਾ? 10 ਬਣ ਰਿਹਾ। 1 ਤੇ 9 10, 2 ਤੇ 8 10, 3 ਤੇ 7 10, 4 ਤੇ 6 10। ਤਾਂ ਜਿਹੜੇ ਆ ਦੋ ਅੰਕ ਨੇ, ਜਿਹੜੇ ਆ ਜੋੜੇ ਨੇ, ਜਿਨ੍ਹਾਂ ਦਾ ਜੋੜ 10 10 ਬਣ ਰਿਹਾ ਹੈ, ਉਹਨਾਂ ਦੇ ਜਿਹੜੇ ਵਰਗ ਇਕਾਈਆਂ ਦੇ ਅੰਕ ਕੀ ਹੁੰਦੇ ਨੇ? ਸੇਮ ਹੁੰਦੇ ਨੇ। 1 ਜਾਂ 9 ਦਾ 1, 2 ਜਾਂ 8 ਦਾ 4, 3 ਜਾਂ 7 ਦਾ 9, 4 ਜਾਂ 6 ਦਾ 6। ਤਾਂ ਇਹ ਹੋ ਗਿਆ ਆਪਣੇ ਕੋਲੇ ਨੈਕਸਟ ਪ੍ਰੋਪਰਟੀ, ਨੈਕਸਟ ਗੁਣ। ਜਿਹੜੀਆਂ ਪ੍ਰਾਪਰਟੀਆਂ ਹੁੰਦੀਆਂ ਨੇ ਨਾ, ਪ੍ਰਾਪਰਟੀਆਂ ਦਾ ਅਸਲ ਮਕਸਦ ਕੀ ਹੁੰਦਾ ਹੈ? ਕੁਐਸਚਨ ਨੂੰ ਬਿਨਾਂ ਹੱਲ ਕੀਤੇ ਸੋਲਵ ਕਰਨਾ, ਡਾਇਰੈਕਟ ਫਾਰਮੂਲਾ ਕੱਢਣਾ। ਤਾਂ ਇਹ ਉਹਦੀ ਸਪੈਸ਼ਲਟੀ ਹੈ। ਅਗਲੀ ਪ੍ਰਾਪਰਟੀ, ਪਹਿਲੀਆਂ ਲਗਾਤਾਰ ਟਾਂਕ ਸੰਖਿਆਵਾਂ ਦਾ ਜੋੜ। ਕਿੰਨੀਆਂ ਨੇ ਉਹ ਤੇ ਆਪਾਂ ਮੈਂ ਗੱਲ ਕਰ ਰਿਹਾ, ਉਦਾਹਰਨ ਲੈ ਕੇ ਚੱਲਦੇ ਹਾਂ। ਪਹਿਲੀਆਂ 2 ਲਗਾਤਾਰ ਟਾਂਕ ਸੰਖਿਆਵਾਂ ਦਾ ਜੋੜ। 1 + 3 ਕਿੰਨਾ ਹੋ ਗਿਆ? 4 ਹੋ ਗਿਆ। 4 ਹੋ ਗਿਆ ਨਾ। ਇਸ ਤੋਂ ਬਾਅਦ ਪਹਿਲੀਆਂ 3 ਦਾ ਕਰੀਏ, 1 3 5 ਕਿੰਨਾ ਹੋ ਗਿਆ? 9।
पहलियां 4 का करिए 1 3 5 7 जोड़ के देखो कितना हो गया 16। पहलियां 5 का करिए 25। हुण आ रिलेशन देखो, अगर 2 लगातार टांग संख्यावां का जोड़ है तो आंसर आ रहा 4। 3 लगातार टांग संख्यावां का जोड़ है, आंसर कितना आ रहा है 9। 4 लगातार टांग संख्यावां का जोड़ है, कितना आंसर आ रहा है 16। 5 का कितना आ रहा है 25। तो रिलेशन की हो गया, इन्हों का वर्ग हो गया 4 2 की घात 2 9 3 की घात 2 16 4 की घात 2 25 5 की घात 2। तो फिर डायरैक्ट देखो हुण इत्थे तां आपां फिर घट संख्यावां लईआं। अगर मैं कहता पहलियां 12 लगातार टांक संख्यावां दा जोड़फल पता करो, तो की करांगे फिर जिन्नियां लगातार संख्यावां ने उहदा वर्ग कर दांगे। 12 की घात 2 12 गुना 12 कितना आ गया 144। हुण मैं इहनूं पूरियां कर रहा, पूरे n ले लिया। n कोई भी संख्या हो सकती है, 2 3 4 5 6 7 8 9 10 20 25 50 100 200 कोई भी हो सकती है। तो पहलियां n लगातार टांक संख्यावां का जोड़ कितना आ गया n की घात 2 या n का वर्ग। अगले गुण ते की गल करते हैं आपां। अगला गुण है जीरोआं नाल संबंधित। 0 10 100 500 6000 8000 10000। तो वह की कहता है, किसी संख्या दे वर्ग विच सिफरां दी गिनती, इत्थे मैं एक बार पेंडिंग छड्डता, आप चेक करते हैं क्योंकि डायरैक्ट प्रॉपर्टी लिखण नालों मैं कोशिश करूं उदाहरण के नाल समझा रहा तुहानूं। 10 की घात 2 10 गुना 10 100। 30 की घात 2 30 गुना 30 900। 70 की घात 2 70 गुना 70 4900। 130 की घात 2 130 गुना 130 16900। 500 की घात 2 500 गुना 500 5 5 25 4 0। 7000 की घात 2 7000 गुना 7000 7 7 49 टोटल 6 0। तो इत्थे सिफरां की गिनती देखो की है 2 4 6। तो 2 4 6 किहड़ियां संख्यावां ने अपने कोले? 2 4 6 किहड़ियां संख्यावां ने? जिस्त संख्यावां। तो किसी भी संख्या के वर्ग विच जिहड़ी सिफरां की गिनती हुंदी है हमेशा जिस्त संख्या होती है। हुण की है कि 4000 वर्ग संख्या है, कि 4000 वर्ग संख्या है। इत्थे सीधा देखो सिफरां की गिनती कितनी है 3। 3 की है टांक संख्या है, तो उसकी पहली शर्त की है किहड़ी संख्या होनी चाहिए है जिस्त संख्या। तो आप सीधा लिख देंगे नहीं यह वर्ग संख्या नहीं। तो बड़ी आसानी दे नाल आपां इन्हां प्रॉपर्टियां की सहायता दे नाल आपां की कर सकते हैं डायरैक्ट क्वेश्चन नूं हल कर सकते हैं। अगला, किसी भी टांक संख्या दे वर्ग नूं 2 लगातार प्राकृतिक संख्यावां दे जोड़ दे रूप विच लिखिया जा सकता है। किसी भी टांक संख्या दे वर्ग नूं 2 लगातार प्राकृतिक संख्यावां दे जोड़ दे रूप विच
ਲਿਖਿਆ ਜਾ ਸਕਦਾ ਹੈ। ਤੇ ਇੱਥੇ ਸ਼ਰਤ ਹੈ ਜਿਹੜੀ ਟਾਂਕ ਸੰਖਿਆ ਹੈ ਉਹ 1 ਨਾ ਹੋਵੇ, ਕਿਉਂਕਿ 1 ਦਾ ਵਰਗ 1 ਹੈ ਤੇ 1 ਨੂੰ ਆਪਾਂ ਦੋ ਪ੍ਰਕਿਰਤਿਕ ਸੰਖਿਆਵਾਂ ਦੇ ਜੋੜ 'ਚ ਨਹੀਂ ਲਿਖ ਸਕਦੇ। ਤਾਂ ਸ਼ਰਤ ਇੱਥੇ ਕੀ ਹੋਗੀ, 1 ਤੋਂ ਬਿਨਾ ਕੋਈ ਵੀ ਟਾਂਕ ਸੰਖਿਆ ਹੋਵੇ। ਆਪਾਂ ਚੈੱਕ ਕਰਦੇ ਹਾਂ। 3 ਦਾ ਵਰਗ 9, 3 ਦਾ ਵਰਗ ਕਿੰਨਾ ਆ ਗਿਆ 9। 5 ਦਾ ਵਰਗ 25। ਕਿਸੇ ਵੀ ਟਾਂਕ ਸੰਖਿਆ ਦਾ ਵਰਗ 1 ਤੋਂ ਬਿਨਾ ਵਰਗ ਕਰ ਲਿਆ, ਦੋ ਲਗਾਤਾਰ ਪ੍ਰਕਿਰਤਿਕ ਸੰਖਿਆਵਾਂ ਦੇ ਜੋੜ 'ਚ ਲਿਖਿਆ ਜਾ ਸਕਦਾ ਹੈ। ਦੇਖੋ 9 4 ਤੇ 5, 25 12 + 13, 7 ਦੀ 2 49, 24 + 25 ਕੋਈ ਵੀ ਲੈ ਸਕਦੇ ਹੋ। 11 ਦੀ ਘਾਤ 2 121, 60 + 61, 17 ਦੀ ਘਾਤ 2 299, 144 + 145। ਤਾਂ ਨੈਕਸਟ ਜੋ ਪ੍ਰੋਪਰਟੀ ਹੈ ਕੀ ਕਹਿ ਰਹੀ ਹੈ, ਕਿਸੇ ਵੀ ਟਾਂਕ ਸੰਖਿਆ ਦੇ ਵਰਗ ਨੂੰ ਦੋ ਲਗਾਤਾਰ ਪ੍ਰਕਿਰਤਿਕ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਤੇ ਜੋ ਨੈਕਸਟ ਪ੍ਰੋਪਰਟੀ ਹੈ ਉਹ ਕੀ ਕਹਿ ਰਹੀ ਹੈ, ਉਹ ਆਪਣੇ ਕੋਲੇ ਹੈਗੀ ਹੈ, ਦੋ ਲਗਾਤਾਰ ਟਾਂਕ ਜਾਂ ਜਿਸਤ ਸੰਖਿਆਵਾਂ ਦੇ ਗੁਣਨਫਲ ਤੇ। ਉਦਾਹਰਨ 5 ਤੇ 7 ਦੋ ਲਗਾਤਾਰ ਟਾਂਕ ਹੋਣ ਜਾਂ ਦੋ ਲਗਾਤਾਰ ਜਿਸਤ ਹੋਣ। ਤੁਸੀਂ ਕੋਈ ਵੀ ਦੋ ਲਗਾਤਾਰ ਲੈਣੀ ਹੈ। 12 14 15 17 ਦੇਖੋ 5 7 35, 6 8 48, 12 14 168 ਗੁਣਾ ਕਰੋ। ਇੱਥੇ ਕਿੰਨਾ ਆ ਗਿਆ, ਗੁਣਾ ਕੀਤੀ 255। ਤਾਂ ਖਾਸੀਅਤ ਪਤਾ ਕੀ ਹੈ ਇਹਦੀ, ਹੁਣ 35 ਕੀ ਆ ਗਿਆ 36 ਚੋਂ 1 ਘਟਾਇਆ, 48 ਆ ਗਿਆ 49 ਚੋਂ 1 ਘਟਾਇਆ, ਇਹ ਆ ਗਿਆ 169 ਚੋਂ 1 ਘਟਾਇਆ, ਮਤਲਬ ਇਸ ਤੋਂ ਅਗਲੀ ਸੰਖਿਆ ਚੋਂ 1 ਘਟਾਤਾ ਨਾ। ਤੁਸੀਂ ਕੋਈ ਵੀ ਇੱਕ ਸੰਖਿਆ ਲੈ ਸਕਦੇ ਹੋ, ਤੁਹਾਡੇ ਤੇ ਹੈ। 36 ਕਿਹਦਾ ਵਰਗ ਹੈ 6 ਦਾ, 49 7 ਦਾ, 169 13 ਦਾ, 256 16 ਦਾ। ਤਾਂ ਕੀ ਹੋ ਗਿਆ ਸਿਸਟਮ, ਦੇਖੋ ਜਿਹੜੀ ਇਹਨਾਂ ਦੇ ਵਿਚਕਾਰ ਸੰਖਿਆ 6 ਆ ਗਈ, ਉਹਦੀ 2 - 1। ਇਹਦੇ ਵਿਚਕਾਰ ਸੰਖਿਆ 7 2 - 1। ਤਾਂ ਫਰਕ ਕੀ ਪੈ ਗਿਆ, ਵੱਡੀ ਸੰਖਿਆ ਆ ਜੇ 42 ਗੁਣਾ 44, ਹਾਂਜੀ ਇਹਦੇ ਵਿਚਾਲੇ ਆ ਗਿਆ 43, 43 ਦੀ ਘਾਤ 2 - 1। 70 ਗੁਣਾ 72 ਵਿਚਕਾਰ ਕਿੰਨਾ ਆ ਗਿਆ 71 ਦੀ 2 - 1। 91 ਗੁਣਾ 93 ਵਿਚਕਾਰ 92 ਦੀ 2 - 1। ਤਾਂ ਆਪਣੇ ਕੋਲੇ ਇਹ ਹੋ ਗਈ, ਦੇਖੋ ਇਹ ਪ੍ਰੋਪਰਟੀ ਜਿਸ ਤੇ ਆਪਾਂ ਗੱਲ ਕਰ ਰਹੇ ਹਾਂ। ਤਾਂ ਦੋਸਤੋ ਇਹ ਸੀ ਆਪਣੇ ਕੋਲੇ ਪਹਿਲਾ ਟੌਪਿਕ, ਵਰਗ ਸੰਖਿਆਵਾਂ ਦੇ ਗੁਣ। ਥੈਂਕ ਯੂ।